ਕੁ ਸਮਝਦੇ ਹੋ ਹਵਾ ਕਿੱਧਰ ਨੂੰ ਜਾ ਰਹੀ ਹੈ? ਮੇਰੇ ਖਿਆਲ ਨਾਲ ਜੀ ਹਜੇ ਇਟ ਇਜ਼ ਟੂ अर्ਲੀ ਟੂ ਸੇ, ਕਿਉਂਕਿ ਇਸ ਵੇਲੇ ਛੁੱਟੀਆਂ ਦਾ ਮੌਸਮ ਹੈ ਔਰ ਜਿਹੜੀ ਪਹਿਲੀ ਡਿਬੇਟ ਹੋਈ ਹੈ ਉਹ ਲਗਭਗ ਨੀਰਸ ਰਹੀ ਹੈ। ਬਹੁਤੇ ਲੋਕਾਂ ਨੇ ਇਹੀ ਮਹਿਸੂਸ ਕੀਤਾ ਕਿ ਕਿਸੇ ਵੀ ਪਾਸੇ ਨੂੰ ਸਵਿੰਗ ਨਹੀਂ ਗਈ। ਜਿੱਥੇ ਕਿ ਜਿਹੜੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਜਿੱਥੇ ਸਟੈਂਡ ਕਰ ਰਹੀਆਂ ਸੀ ਡਿਬੇਟ ਤੋਂ ਪਹਿਲਾਂ ਉੱਥੇ ਸਟੈਂਡ ਕਰ ਰਹੀਆਂ। ਸੋ ਕੁੱਲ ਮਿਲਾ ਕੇ ਜੇ ਇਸ ਤੋਂ ਪਹਿਲਾਂ ਦੀ ਹਾਲਤ ਨੂੰ ਦੇਖੀਏ ਤਾਂ 33% ਦੇ ਕਰੀਬ ਲਿਬਰਲ ਪਾਰਟੀ ਨੂੰ ਓਪੀਨੀਅਨ ਪੋਲਸ ਮਿਲ ਰਹੀਆਂ। ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਉਹ 29 ਜਾਂ 30% ਦੇ ਨਾਲ ਸੈਕੰਡ ਨੰਬਰ ਤੇ ਆ ਔਰ ਫਿਰ 20 ਜਾਂ 21% ਦੇ ਨਾਲ ਦੇ ਪਰਸੈਂਟੇਜ ਦੇ ਨਾਲ NDP ਜਿਹੜੀ ਇਸ ਵੇਲੇ ਉਹ ਲੀਡ ਕਰ ਰਹੀ ਹੈ। ਸੋ ਕੁੱਲ ਮਿਲਾ ਕੇ ਜੇ ਇਸ ਪੋਜੀਸ਼ਨ ਨੂੰ ਦੇਖੀਏ ਤੇ ਇੱਕ ਵਾਰੀ ਫਿਰ ਅਸੀਂ ਮਾਈਨੋਰਿਟੀ ਸਰਕਾਰ ਨੂੰ ਵੱਧ ਰਹੇ ਹਾਂ ਅੰਟਿਲ ਐਂਡ ਅਨਲੈਸ ਕਿ ਕੋਈ ਬਹੁਤ ਵੱਡੀ ਡਰਾਸਟਿਕ ਚੇਂਜ ਜਿਹੜੀ ਹੈ ਵੋਟਰਸ ਦੇ ਮਨਾਂ ਦੇ ਵਿੱਚ ਨਾ ਹੋਵੇ। ਸੈਣੀ ਸਾਹਿਬ ਤੁਸੀਂ ਗੱਲ ਕੀਤੀ ਕਿ ਪਿਛਲੇ ਜੋ ਡਿਬੇਟ ਸੀਗਾ ਉਹ ਦੋ ਡਿਬੇਟਸ ਐਕਚੁਅਲੀ ਹੋਈਆਂ, ਇੱਕ ਫ੍ਰੈਂਚ ਸੀ ਔਰ ਇੱਕ ਇੰਗਲਿਸ਼ ਸੀ। ਫ੍ਰੈਂਚ ਬਾਰੇ ਆਮ ਲੋਕਾਂ ਦੀ ਧਾਰਨਾ ਇਹੋ ਸੀ ਕਿ ਡਿਬੇਟ ਨੀਰਸ ਹੈ, ਲੇਕਿਨ ਜੋ ਇੰਗਲਿਸ਼ ਡਿਬੇਟ ਸੀ ਉਹਦੇ ਵਿੱਚ ਲੀਡਰਸ ਨੇ ਕਾਫੀ ਇੱਕ ਦੂਜੇ 'ਤੇ ਹਮਲੇ ਵੀ ਕੀਤੇ। ਉਸ ਡਿਬੇਟ ਦੇ ਬਾਰੇ ਤੁਸੀਂ ਕਿਹਨੂੰ ਸਮਝਦੇ ਹੋ ਕਿ ਕਿਹੜਾ ਅੱਗੇ ਰਿਹਾ ਜਾਂ ਸਾਰੇ ਲੀਡਰਸ ਜਿਹੜੇ ਸੀ ਉਹਨਾਂ ਦੀ ਪਰਫਾਰਮੈਂਸ ਕਿਹੋ ਜਿਹੀ ਰਹੀ? ਮੈਂ ਜੀ ਇਹ ਮਹਿਸੂਸ ਕਰਦਾ ਕਿ ਪਾਲ ਮਾਰਟਨ ਸਾਹਿਬ ਨੂੰ ਇਹਦੇ ਵਿੱਚ ਡਿਫੈਂਸਿਵ ਰਹਿਣਾ ਹੀ ਪੈਣਾ ਸੀ, ਕਿਉਂਕਿ ਉਹ ਇਸ ਵੇਲੇ ਸੱਤਾਧਾਰੀ ਪਾਰਟੀ ਦੇ ਲੀਡਰ ਹੈ ਔਰ ਸੱਤਾਧਾਰੀ ਪਾਰਟੀ ਹਮੇਸ਼ਾ ਹੀ ਜਵਾਬਦੇਹ ਹੁੰਦੀ ਹੈ ਕਿ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਕੀ ਕੀਤਾ। ਸੋ ਪਿਛਲੇ 12 ਸਾਲ ਤੋਂ ਲਿਬਰਲ ਸਰਕਾਰ ਜਿਹੜੀ ਇਸ ਵੇਲੇ ਉਹ ਚਲਾ ਰਹੀ ਹੈ ਦੇਸ਼ ਦਾ ਸ਼ਾਸਨ। ਸੋ ਇਸ ਕਰਕੇ ਨੈਚੁਰਲੀ ਪਾਲ ਮਾਰਟਨ ਸਾਹਿਬ ਨੂੰ ਉਹ ਜਵਾਬਦੇਹੀ ਵੀ ਹੈ। ਜਿਹੜੀਆਂ ਉਹਨਾਂ ਦੀਆਂ ਅਚੀਵਮੈਂਟਸ ਹੈ ਡੈਫੀਨੇਟਲੀ ਅਚੀਵਮੈਂਟਸ ਲਈ ਵੀ ਉਹਨਾਂ ਨੇ ਕਾਫੀ ਵੱਧ ਚੜ੍ਹ ਕੇ ਇਸ ਗੱਲ ਨੂੰ ਪੁੱਟ ਕੀਤਾ ਕਿ ਉਹ ਲਗਾਤਾਰ ਉਹਨਾਂ ਨੇ ਜਿਹੜੇ ਟੈਕਸਿਸ ਨੂੰ ਘਟਾਇਆ ਹੈ ਔਰ ਇਹਦੇ ਨਾਲ ਉਹਨਾਂ ਨੇ ਜਿਹੜਾ ਬਜਟ ਬੈਲੈਂਸ ਕੀਤਾ ਹੈ। ਲਗਾਤਾਰ ਕਾਫੀ ਬੈਲੈਂਸਡ ਬਜਟ ਆਏ ਔਰ ਦੇਸ਼ ਦਾ ਜਿਹੜਾ ਕਰਜ਼ਾ ਹੈ ਡੈਪਟ ਹੈ ਉਹਨੂੰ ਉਹਨਾਂ ਨੇ ਘਟਾਇਆ ਹੈ। ਸੋ ਇਸ ਤਰ੍ਹਾਂ ਦੀਆਂ ਅਚੀਵਮੈਂਟਸ ਜਿਹੜੀਆਂ ਆਪਣੀ ਉਹਨਾਂ ਸਰਕਾਰ ਨੇ ਉਹਨਾਂ ਨੇ ਗਿਣਾਈਆਂ। ਲੇਕਿਨ ਸਪਾਂਸਰਸ਼ਿਪ ਦਾ ਇਸ਼ੂ ਐਸਾ ਸੀ ਜਿੱਥੇ ਤਿੰਨਾਂ ਪਾਰਟੀਆਂ ਨੇ ਉਹਨਾਂ ਨੂੰ ਲਗਾਤਾਰ ਕਾਰਨਰ ਕੀਤਾ। ਸੋ ਜਿਸ ਤੱਕ ਕੰਜ਼ਰਵੇਟਿਵ ਪਾਰਟੀ ਦੀ ਗੱਲ ਹੈ ਉਹਨਾਂ ਦੇ ਇਸ਼ੂਜ਼ ਜਿਹੜੇ ਆ ਉਹ ਬਾਕੀ ਤਿੰਨਾਂ ਪਾਰਟੀਆਂ ਨਾਲੋਂ ਕੁਝ ਇੱਕ ਇਸ਼ੂ ਡਿਫਰੈਂਟ ਸੀਗੇ, ਜਿਨ੍ਹਾਂ ਵਿੱਚ ਖਾਸ ਤੌਰ 'ਤੇ ਸੇਮ ਸੈਕਸ ਦਾ ਮੈਰਿਜ ਦਾ ਇਸ਼ੂ ਹੈ, ਗਨ ਵਾਇਲੈਂਸ ਦਾ ਜਿਹੜਾ ਗਨ ਰਜਿਸਟਰੀ ਦਾ ਇਸ਼ੂ ਹੈ ਔਰ ਇਹਦੇ ਨਾਲ ਚਾਈਲਡ ਕੇਅਰ ਦਾ ਇਸ਼ੂ ਹੈ। ਇਹਨਾਂ ਤਿੰਨਾਂ ਪਾਲਿਸੀਆਂ 'ਤੇ ਸਟੀਫਨ ਹਾਰਪਰ ਤਿੰਨਾਂ ਪਾਰਟੀਆਂ ਦਾ ਬਿਲਕੁਲ ਵੱਖਰਾ ਜਿਹੜਾ ਆਪਣਾ ਉਹ ਵਿਚਾਰ ਰੱਖਦੇ ਆ। ਇਸ ਕਰਕੇ ਉਹ ਅਲੱਗ-ਥਲੱਗ ਨਜ਼ਰ ਆਏ ਇਹਨਾਂ ਤਿੰਨਾਂ ਇਸ਼ੂਜ਼ 'ਤੇ, ਪਰ ਉਹਨਾਂ ਨੇ ਵੀ ਕੁੱਲ ਮਿਲਾ ਕੇ ਕਾਫੀ ਅਟੈਕ ਕੀਤਾ ਪਾਲ ਮਾਰਟਨ ਸਾਹਿਬ 'ਤੇ। ਸੋ ਉਹਨਾਂ ਦੀ ਜਿਹੜੀ ਪਰਫਾਰਮੈਂਸ ਨੂੰ ਮੈਂ ਇਸ ਤਰ੍ਹਾਂ ਗਿਣਦਾ ਕਿ ਉਹਦੇ 'ਚ ਬਹੁਤ ਉਹਨਾਂ ਨੇ ਕੋਈ ਵਧੀਆ ਵੀ ਪਰਫਾਰਮੈਂਸ ਨਹੀਂ ਸੀ, ਲੇਕਿਨ ਉਹਦੇ ਨਾਲ ਕੋਈ ਬਹੁਤੀ ਮਾੜੀ ਪਰਫਾਰਮੈਂਸ ਵੀ ਨਹੀਂ ਸੀ। ਲੇਕਿਨ NDP ਦਾ ਲੀਡਰ ਜਿਹੜੇ ਆ ਜੈਕ ਲੇਟਨ ਸਾਹਿਬ ਉਹਨਾਂ ਨੇ ਸਭ ਤੋਂ ਵੱਧ ਅਟੈਕ ਕੀਤੇ ਔਰ ਮੈਂ ਮਹਿਸੂਸ ਕਰਦਾ ਕਿ ਉਹਨਾਂ ਕੋਲ ਵਧੀਆ ਪਲੇਟਫਾਰਮ ਸੀ, ਕਿਉਂਕਿ ਹੀ ਹੈਜ਼ ਨਥਿੰਗ ਟੂ ਲੂਜ਼। ਉਹ 2 4 5 ਸੀਟਾਂ ਵੀ ਅਗਰ ਹੋਰ ਲੈ ਕੇ ਜਾਂਦੇ ਆ ਤੇ ਇਹੀ ਉਹਨਾਂ ਦੀ ਜਿਹੜੀ ਉਹ ਗੇਨ ਸਮਝਣਗੇ ਆਪਣਾ। ਸੋ ਉਹ ਵੀ ਆਪਣੀ ਗੱਲ ਨੂੰ ਪੁੱਟ ਕਰਨ ਵਿੱਚ ਕਾਫੀ ਜਿਹੜੇ ਆ ਉਹ ਕਾਮਯਾਬ ਰਹੇ। ਜਿੱਥੇ ਤੱਕ ਬਲਾਕ ਕਿਊਬਿਕਵਾ ਦੀ ਗੱਲ ਹੈ ਉਹਨਾਂ ਕੋਲ ਤਾਂ ਇੱਕੋ ਇਸ਼ੂ ਹੈ ਕਿ ਉਹਨਾਂ ਨੇ ਕੋਈ ਵੀ ਗੱਲ ਕਰਨੀ ਉਹਨਾਂ ਨੇ ਸਿਰਫ ਔਰ ਸਿਰਫ ਕਿਊਬਿਕ ਨੂੰ ਆਪਣੇ ਧਿਆਨ ਵਿੱਚ ਰੱਖ ਕੇ ਕਰਨੀ ਆ ਔਰ ਇਹਦੇ ਲਈ ਗਿਲ ਡਿਸੈਪ ਪਿਛਲੀ ਡਿਬੇਟਸ ਦੇ ਵਿੱਚ ਵੀ ਪਿਛਲੇ ਚੋਣਾਂ 'ਚ ਵੀ ਬਹੁਤ ਸਫਲ ਰਹੇ ਸੀ ਔਰ ਐਤਕੀ ਉਹਨਾਂ ਨੇ ਹੋਰ ਵੀ ਫੋਰਸਫੁਲੀ ਜਿਹੜੀ ਆਪਣੀ ਗੱਲ ਕਹੀ ਹੈ। ਕਾਰਨ ਉਹਦਾ ਇਹ ਹੈ ਕਿ ਹੁਣ ਸਪਾਂਸਰਸ਼ਿਪ ਸਕੈਂਡਲ ਜਿਹੜਾ ਹੈ ਉਹਦੇ ਜਿਹੜੀ ਰਿਪੋਰਟ ਆ ਬਾਹਰ ਆ ਚੁੱਕੀ ਹੈ, ਉਹਦੇ ਕਾਫੀ ਸਾਰੀਆਂ ਹੁਣ ਸਾਡੇ ਕੋਲ ਇਸ ਵੇਲੇ ਉਹਦੀ ਇੰਟਰਨਲ ਇਨਫੋਰਮੇਸ਼ਨ ਵੀ ਆ ਚੁੱਕੀ ਹੈ। ਸੋ ਹੀ ਹੈਡ ਸੋਲਿਡ ਐਵੀਡੈਂਸਿਸ ਐਂਡ ਡਾਕੂਮੈਂਟਰੀ ਐਵੀਡੈਂਸਿਸ ਟੂ ਪ੍ਰੂਵ ਹਿਸ ਪੁਆਇੰਟ। ਸੈਣੀ ਸਾਹਿਬ ਤੁਹਾਡੇ ਮੁਤਾਬਕ ਇਸ ਇਲੈਕਸ਼ਨ ਦੇ ਵਿੱਚ ਕਿਹੜੇ ਮੁੱਦੇ ਵੋਟਰਾਂ ਦੇ ਲਈ ਜਦੋਂ ਉਹਨਾਂ ਨੇ ਵੋਟ ਪਾਉਣੀ ਆ ਫੈਸਲਾ ਕੁਨ ਸਾਬਤ ਹੋਣਗੇ? ਸਪਾਂਸਰਸ਼ਿਪ ਸਕੈਂਡਲ ਦਾ ਇਸ਼ੂ ਜਿਹੜਾ ਜੀ ਲੱਗਦਾ ਇਹ ਸੀਗਾ ਕਿ ਇੱਕ ਕਾਫੀ ਵੱਡਾ ਇਸ਼ੂ ਬਣੇਗਾ, ਪਰ ਹਜੇ ਤੱਕ ਕੋਈ ਐਡਾ ਵੱਡਾ ਇਸ਼ੂ ਮੇਰੇ ਖਿਆਲ 'ਚ ਨਹੀਂ ਬਣ ਸਕਿਆ। ਸਿੰਗਲ ਇਸ਼ੂ ਨਹੀਂ ਬਣ ਸਕਿਆ ਐਟਲੀਸਟ ਇਟ ਇਜ਼ ਵਨ ਆਫ ਦਾ ਇਸ਼ੂਜ਼। ਔਰ ਉਹਦੇ ਨਾਲ ਸਟੀਫਨ ਹਾਰਪਰ ਹੋ ਰਹੀ ਲਗਾਤਾਰ ਜਿਸ ਤਰ੍ਹਾਂ GST ਦਾ ਇਸ਼ੂ ਹੈ ਔਰ ਇਹਦੇ ਨਾਲ ਚਾਈਲਡ ਕੇਅਰ ਦਾ ਇਸ਼ੂ ਹੈ ਔਰ ਹੈਲਥ ਕੇਅਰ ਦਾ ਇਸ਼ੂ ਹੈ ਔਰ ਹੁਣ ਜਿਸ ਤਰ੍ਹਾਂ ਵਾਇਲੈਂਸ ਲਗਾਤਾਰ ਸਾਡੀ ਕੰਟਰੀ 'ਚ ਵੱਧਦਾ ਜਾ ਰਿਹਾ, ਵਾਇਲੈਂਸ ਨੂੰ ਰੋਕਣ ਦੇ ਵਾਸਤੇ ਜਿਹੜਾ ਉਹ ਗਨ ਰੈਗੂਲੇਸ਼ਨ ਲੈ ਕੇ ਆ ਰਹੇ ਆ ਪਾਲ ਮਾਰਟਨ ਸਾਹਿਬ, ਇਹ ਵੀ ਇੱਕ ਇਸ਼ੂ ਹੈ। ਸੋ ਦੇਰ ਆਰ 5 6 7 ਇਸ਼ੂਜ਼। ਔਰ ਕਿਊਬਿਕ ਦਾ ਇਸ਼ੂ ਜਿਹੜਾ ਹੈ ਕਿਉਂਕਿ ਪਾਲ ਮਾਰਟਨ ਸਾਹਿਬ ਜੋ ਮੈਂ ਸੋਚਿਆ ਜਿਹੜੀ ਉਹਨਾਂ ਦੀ ਸਟ੍ਰੈਟਜੀ ਹੈ ਉਹ ਇਹ ਹੈ ਕਿ ਜਦੋਂ ਜੇ ਕਿਸੇ ਤਰ੍ਹਾਂ ਨਾਲ ਕਿਊਬਿਕ ਵਾਲੇ ਇਸ਼ੂ ਨੂੰ ਕਾਊਂਟਰ ਕਰਨਾ ਹੈ ਤੇ ਨੈਸ਼ਨਲ ਯੂਨਿਟੀ ਦਾ ਇਸ਼ੂ ਵੀ ਉਭਾਰਿਆ ਜਾਏ। ਸੋ ਪਾਲ ਮਾਰਟਨ ਇਜ਼ ਟਰਾਈਂਗ ਟੂ ਡੂ ਦੈਟ। ਸੋ ਹੋ ਸਕਦਾ ਹੈ ਆਉਣ ਵਾਲੀ ਚੋਣਾਂ ਦੇ ਵਿੱਚ ਇਹ ਵੀ ਇੱਕ ਇਸ਼ੂ ਬਣ ਜਾਏ।